ਅੱਜ ਸਾਡੇ ਘਰ ਵਿੱਚ ਇੱਕ ਨਵੀਂ ਮਹਿਮਾਨ ਆਉਣ ਵਾਲੀ ਹੈ। ਉਹਨਾਂ ਨੇ ਇੱਕ ਨਵੀਂ ਗਾਂ ਖਰੀਦੀ ਹੈ। ਹੁਣ ਤੋਂ ਸਾਡੇ ਕੋਲ 20 ਗਾਵਾਂ ਹੋ ਗਈਆਂ ਹਨ। ਅੱਜ ਤੋਂ ਅਸੀਂ ਇਸ ਦਾ ਨਾਮ ਅਨੇਰੀ ਰੱਖਾਂਗੇ। ਹਾਂ, ਇਹ ਨਾਮ ਚੰਗਾ ਹੈ, ਅਨੇਰੀ। ਹੁਣ ਸਾਡੇ ਚੰਗੇ ਦਿਨ ਆਉਣ ਵਾਲੇ ਹਨ। ਨਵੀਂ ਗਾਂ ਨਾਲ ਦੁੱਧ ਦਾ ਉਤਪਾਦਨ ਵਧੇਗਾ ਤੇ ਆਮਦਨੀ ਵੀ। ਹੁਣ ਅਸੀਂ ਆਪਣੀ ਧੀ ਨੂੰ ਚੰਗੇ ਸਕੂਲ ਵਿੱਚ ਪੜ੍ਹਾਵਾਂਗੇ। ਨਵੀਂ ਗੱਡੀ ਵੀ ਖਰੀਦਾਂਗੇ। ਜੀ ਓ ਜੀ, ਆ ਗਏ ਤੁਸੀਂ? ਹਾਂ, ਸਾਡੀ ਧੀ ਕਿੱਥੇ ਹੈ? ਅੱਜ ਕੱਲ ਪੜ੍ਹਾਈ ਵਿੱਚ ਧਿਆਨ ਦਿੰਦੀ ਹੈ ਜਾਂ ਨਹੀਂ? ਮੈਂ ਤਾਂ ਖੇਤਾਂ ਦੇ ਕੰਮਾਂ ਵਿੱਚ ਉਲਝਿਆ ਰਹਿੰਦਾ। ਬਸ ਇੱਥੇ ਕਿਤੇ ਖੇਲ ਰਹੀ ਹੋਣੀ ਆਪਣੀ ਸਹੇਲੀਆਂ ਦੇ ਨਾਲ। ਤੇ ਅਨੇਰੀ ਕਿਵੇਂ ਹੈ? ਦੂਜੇ ਪਸ਼ੂ ਉਸ ਨੂੰ ਪਰੇਸ਼ਾਨ ਤਾਂ ਨਹੀਂ ਕਰਦੇ ਨੇ ਨਾ? ਜੀ ਪਰੇਸ਼ਾਨੀ ਤਾਂ ਕੁਝ ਨਹੀਂ ਹੈ, ਪਰ ਪਿਛਲੇ 2-3 ਦਿਨਾਂ ਤੋਂ ਚਾਰਾ ਘੱਟ ਖਾ ਰਹੀ ਹੈ। ਉਹ ਤੂੰ ਚਿੰਤਾ ਨਾ ਕਰ, ਇਹ ਥੋੜਾ ਬਹੁਤਾ ਤਾਂ ਹੁੰਦਾ ਰਹਿੰਦਾ ਹੈ। ਇੱਕ ਕੰਮ ਕਰੋ, ਖਾਣਾ ਲਗਾਓ। ਮੈਨੂੰ ਖੇਤਾਂ ਵਿੱਚ ਹੋਰ ਵੀ ਕੰਮ ਹੈ। ਜੀ ਲਓ, ਆ ਲਓ। ਹਾਂ, ਸੁਣੋ, ਉਹ ਅਨੇਰੀ ਹੈ ਨਾ, ਮੈਨੂੰ ਉਸਦੀ ਤਬੀਅਤ ਠੀਕ ਨਹੀਂ ਲੱਗ ਰਹੀ ਹੈ। ਉਸਨੂੰ ਤੇਜ਼ ਬੁਖਾਰ ਵੀ ਹੈ ਅਤੇ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਹੈ। ਅੱਜਕੱਲ ਦੁੱਧ ਵੀ ਘੱਟ ਦੇਣ ਲੱਗੀ ਹੈ ਅਤੇ ਬਾਕੀ ਦੀਆਂ ਸਭ ਗਾਵਾਂ ਵੀ ਦੁੱਧ ਘੱਟ ਦੇਣ ਲੱਗੀਆਂ ਹਨ। ਮੈਨੂੰ ਤਾਂ ਚਿੰਤਾ ਹੋ ਰਹੀ ਹੈ ਉਸਦੀ। ਦੇਖੋ, ਥੋੜੇ ਦਿਨ ਪਹਿਲਾਂ ਹੀ ਅਸੀਂ ਉਸਨੂੰ ਲਿਆਏ ਹਾਂ। ਉਸ ਦੇ ਲਈ ਨਵੀਂ ਜਗ੍ਹਾ ਹੈ, ਥੋੜੀ ਬੇਚੈਨੀ ਤਾਂ ਰਹੇਗੀ। ਤੂੰ ਚਿੰਤਾ ਨਾ ਕਰ, ਥੋੜੇ ਦਿਨਾਂ ਵਿੱਚ ਸਭ ਕੁਝ ਠੀਕ ਹੋ ਜਾਵੇਗਾ। ਤੂੰ ਸਿਰਫ ਬੱਚੀ ਦੇ ਪਾਲਣ ਪੋਸ਼ਣ ਵੱਲ ਧਿਆਨ ਦੇ, ਠੀਕ ਹੈ? ਸੁਣੋ, ਕੀ ਹੋਇਆ? ਜਲਦੀ ਆਓ, ਉਹ ਗੱਭਣ ਗਾਂ ਦਾ ਬੱਚਾ ਡਿੱਗ ਪਿਆ ਹੈ। ਕੀ? ਸਾਹ ਲੈਣ 'ਚ ਵੀ ਤਕਲੀਫ ਹੋ ਰਹੀ ਹੈ ਅਤੇ ਅੱਖਾਂ ਵਿੱਚੋਂ ਵੀ ਪਾਣੀ ਨਿਕਲ ਰਿਹਾ ਹੈ। ਤੁਸੀਂ ਕੁਝ ਕਰੋ ਨਹੀਂ ਤਾਂ। ਹੈਲੋ ਡਾਕਟਰ ਸਾਹਿਬ, ਤੁਸੀਂ ਜਲਦੀ ਮੇਰੇ ਘਰ ਆ ਜਾਓ। ਆਓ ਡਾਕਟਰ ਸਾਹਿਬ। ਹਾਂ ਬਈ ਸੰਜੇ, ਇੰਨੇ ਘਬਰਾਏ ਹੋਏ ਕਿਉਂ ਲੱਗਦੇ ਹੋ? ਡਾਕਟਰ ਸਾਹਿਬ, ਮੇਰੀ ਗਾਂ ਦਾ ਗਰਭਪਾਤ ਹੋ ਚੁੱਕਿਆ ਹੈ ਤੇ ਸਾਰੇ ਪਸ਼ੂਆਂ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ। ਹੋਰ ਤਾਂ ਹੋਰ, ਉਸ ਦਾ ਦੁੱਧ ਉਤਪਾਦਨ ਵੀ ਘਟ ਚੁੱਕਿਆ ਹੈ। ਜੇ ਇਵੇਂ ਹੀ ਚੱਲਦਾ ਰਿਹਾ ਤਾਂ ਮੈਂ ਬਰਬਾਦ ਹੋ ਜਾਵਾਂਗਾ। ਸੰਜੇ, ਇੱਕ ਗੱਲ ਦੱਸ, ਕੋਈ ਨਵੀਂ ਗਾਂ ਆਈ ਹੈ ਕਿ? ਹਾਂ ਡਾਕਟਰ ਸਾਹਿਬ, ਇਹ ਅਨੇਰੀ ਨਵੀਂ ਆਈ ਹੈ। ਪਰ ਤੁਹਾਨੂੰ ਕਿਵੇਂ ਪਤਾ ਚੱਲਿਆ? ਸਮੱਸਿਆ ਥੋੜੀ ਗੰਭੀਰ ਹੈ, ਪਰ ਇਸ ਦਾ ਸਹੀ ਪਤਾ 3-4 ਗਾਵਾਂ ਦੇ ਖੂਨ ਦੀ ਜਾਂਚ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਚੱਲੇਗਾ। ਇੱਕ ਗੱਲ ਦੱਸ, ਤੁਹਾਡੇ ਸਾਰੇ ਪਸ਼ੂਆਂ ਦੇ ਬਾਲਪਨ ਦੇ ਟੀਕਾਕਰਨ ਹੋ ਚੁੱਕੇ ਹਨ ਕਿ ਨਹੀਂ? ਹਾਂ ਡਾਕਟਰ ਸਾਹਿਬ, ਸਾਰੇ ਟੀਕਾਕਰਨ ਹੋ ਚੁੱਕੇ ਨੇ। ਇੱਥੋਂ ਤੱਕ ਕਿ ਬਰੂਸੈਲਾ ਦਾ ਵੀ ਟੀਕਾਕਰਨ ਹੋ ਚੁੱਕਾ ਹੈ। ਠੀਕ ਹੈ, ਰਿਪੋਰਟ ਆਵੇਗੀ ਤਾਂ ਪਤਾ ਚੱਲੇਗਾ। ਹੁਣ ਮੈਂ ਚੱਲਦਾ। ਠੀਕ ਹੈ ਡਾਕਟਰ ਸਾਹਿਬ। ਡਾਕਟਰ ਸਾਹਿਬ, ਰਿਪੋਰਟ ਵਿੱਚ ਕੀ ਆਇਆ? ਇਹਨਾਂ ਰਿਪੋਰਟਾਂ ਦੇ ਮੁਤਾਬਿਕ ਤੁਹਾਡੇ ਪਸ਼ੂਆਂ ਵਿੱਚ IBR ਦਾ ਰੋਗ ਫੈਲ ਚੁੱਕਿਆ। IBR? ਇਹ ਕੀ ਹੁੰਦਾ ਹੈ? ਤੁਸੀਂ ਜਾਣਦੇ ਹੋ, ਜਿਹੜੀ ਗਾਂ ਤੁਸੀਂ ਲਿਆਏ ਹੋ, ਇਹ IBR ਨਾਲ ਰੋਗਿਤ ਹੈ। ਇਸ ਦੇ ਕਾਰਨ ਹੀ ਇਹ ਬਿਮਾਰੀ ਤੁਹਾਡੇ ਬਾਕੀ ਪਸ਼ੂਆਂ ਵਿੱਚ ਵੀ ਫੈਲ ਚੁੱਕੀ ਹੈ। ਹੁਣ ਕੀ ਹੋਵੇਗਾ ਡਾਕਟਰ ਸਾਹਿਬ? ਜੋ ਹੋਣਾ ਸੀ ਉਹ ਹੋ ਗਿਆ। ਇੱਕ ਵਾਰ ਪਸ਼ੂ IBR ਨਾਲ ਰੋਗਿਤ ਹੁੰਦਾ ਹੈ ਤਾਂ ਇਹ ਬਿਮਾਰੀ ਜ਼ਿੰਦਗੀ ਭਰ ਉਹਨਾਂ ਨਾਲ ਰਹੇਗੀ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਪਰ ਘਬਰਾਉਣ ਦੀ ਕੋਈ ਗੱਲ ਨਹੀਂ, ਸਾਨੂੰ ਹੁਣ ਪਸ਼ੂਆਂ ਦਾ ਜ਼ਿਆਦਾ ਧਿਆਨ ਰੱਖਣਾ ਪਵੇਗਾ। ਹਾਂ, ਤੁਸੀਂ ਇੱਕ ਕੰਮ ਕਰੋ, ਇਸ ਪਿੰਡ ਦੇ ਸਾਰੇ ਕਿਸਾਨ ਜੋੜਿਆਂ ਨੂੰ ਇੱਥੇ ਇਕੱਠਾ ਕਰੋ। ਉਹਨਾਂ ਸਾਰਿਆਂ ਨੂੰ ਮੈਂ IBR ਦੇ ਬਾਰੇ ਵਿੱਚ ਮਹੱਤਵਪੂਰਨ ਜਾਣਕਾਰੀ ਦੇਵਾਂਗਾ ਤਾਂ ਕਿ ਇਹ ਰੋਗ ਉਹਨਾਂ ਦੇ ਪਸ਼ੂਆਂ ਵਿੱਚ ਨਾ ਫੈਲੇ। ਠੀਕ ਹੈ ਡਾਕਟਰ ਸਾਹਿਬ, ਮੈਂ ਸਭ ਨੂੰ ਬੁਲਾ ਲੈਣਾ। ਠੀਕ ਹੈ। ਨਮਸਤੇ। ਨਮਸਤੇ। ਬੈਠੋ ਬੈਠੋ। ਨਮਸਤੇ।
ਮੈਂ ਅੱਜ ਤੁਹਾਨੂੰ ਸਭ ਨੂੰ IBR ਯਾਨੀ ਕਿ ਇਨਫੈਕਸ਼ੀਅਸ ਬੋਵਾਈਨ ਰੀਨੋਟ੍ਰੈਕਾਈਟਿਸ ਦੇ ਬਾਰੇ ਵਿੱਚ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਣ ਵਾਲਾ, ਤਾਂ ਕਿ ਤੁਸੀਂ ਕੋਈ ਵੀ ਸੰਜੇ ਵਰਗੀ ਗਲਤੀ ਨਾ ਕਰ ਬੈਠੋ। IBR ਇੱਕ ਚੇਪੀ ਰੋਗ ਹੈ। ਜੇ ਕਿਸੇ ਵੀ ਪਸ਼ੂ ਨੂੰ ਹੋ ਗਿਆ ਤਾਂ ਉਸ ਦੇ ਨਾਲ ਰਹਿਣ ਵਾਲੇ ਬਾਕੀ ਪਸ਼ੂਆਂ ਵਿੱਚ ਵੀ ਇਹ ਆਸਾਨੀ ਨਾਲ ਫੈਲ ਜਾਂਦਾ ਹੈ। IBR ਪੋਜ਼ਿਟਿਵ ਸਾਨ ਨਾਲ ਜੇ ਪ੍ਰਜਨਨ ਕੀਤਾ ਤਾਂ ਇਹ ਰੋਗ ਪਸ਼ੂ ਤੇ ਵੱਛੇ ਵਿੱਚ ਫੈਲ ਜਾਂਦਾ ਹੈ। ਇਸ ਰੋਗ ਦੇ ਲੱਛਣ ਆਸਾਨੀ ਨਾਲ ਪਤਾ ਵੀ ਨਹੀਂ ਚੱਲਦੇ। ਇੱਕ ਵਾਰ ਇਹ ਰੋਗ ਹੋ ਗਿਆ ਤਾਂ ਇਸ ਦਾ ਕੋਈ ਇਲਾਜ ਨਹੀਂ ਹੈ। ਅਸੀਂ ਇਸ ਰੋਗ ਨੂੰ ਪਛਾਣਾਂਗੇ ਕਿਵੇਂ? ਜਦੋਂ ਇੱਕ ਵਾਰੀ ਇਹ ਰੋਗ ਪਸ਼ੂ ਨੂੰ ਲੱਗ ਜਾਂਦਾ ਹੈ ਤਾਂ ਪਸ਼ੂ ਨੂੰ ਭੁੱਖ ਘੱਟ ਲੱਗਦੀ ਹੈ ਤੇ ਦੁੱਧ ਵੀ ਘੱਟ ਦਿੰਦਾ ਹੈ। ਉਸ ਨੂੰ ਬੁਖਾਰ ਆ ਜਾਂਦਾ ਹੈ। ਕੁਝ ਪਸ਼ੂਆਂ ਦੇ ਨੱਕ ਵਿੱਚੋਂ ਗਾੜਾ ਚਿਪਚਿਪਾ ਰਸਾਬ ਵੀ ਨਿਕਲਦਾ ਹੈ। ਕਿਸੇ ਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ। ਕਦੇ-ਕਦੇ ਕੁਝ ਪਸ਼ੂਆਂ ਦੀ ਥੂਥਣ ਸੁੱਕੀ ਤੇ ਫਟੀ ਹੋਈ ਵਿਖਾਈ ਦਿੰਦੀ ਹੈ। ਕਿਸੇ ਪਸ਼ੂ ਨੂੰ ਖੰਘ ਤੇ ਸਾਹ ਲੈਣ ਵਿੱਚ ਤਕਲੀਫ ਵੀ ਹੋ ਸਕਦੀ ਹੈ ਤੇ ਕਦੇ-ਕਦੇ ਗੱਭਣ ਪਸ਼ੂ ਨੂੰ ਗਰਭਪਾਤ ਹੋਣ ਦੀ ਸੰਭਾਵਨਾ ਰਹਿੰਦੀ ਹੈ। ਤਾਂ ਆਪਣੇ ਪਸ਼ੂਆਂ ਨੂੰ ਇਸ ਰੋਗ ਤੋਂ ਕਿਵੇਂ ਬਚਾਈਏ? ਵੇਖੋ, IBR ਦੀ ਰੋਕਥਾਮ ਕਰਨੀ ਜ਼ਰੂਰੀ ਹੈ, ਜੋ ਸਿਰਫ ਟੀਕਾਕਰਨ ਨਾਲ ਹੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਬੱਚੇ ਦਾ ਸਮੇਂ ਤੇ ਟੀਕਾਕਰਨ ਕਰਵਾ ਲਓ। 3 ਮਹੀਨੇ ਜਾਂ ਉਸ ਤੋਂ ਜ਼ਿਆਦਾ ਉਮਰ ਦੇ ਪਸ਼ੂਆਂ ਨੂੰ ਇਨਐਕਟੀਵੇਟਿਡ ਮਾਰਕਰ IBR ਟੀਕਾ ਦਿੱਤਾ ਜਾ ਸਕਦਾ ਹੈ। ਪਹਿਲੇ ਟੀਕਾਕਰਨ ਦੇ 30 ਦਿਨ ਬਾਅਦ ਬੂਸਟਰ ਡੋਜ਼ ਦਿੱਤਾ ਜਾਂਦਾ ਹੈ। ਬੂਸਟਰ ਤੋਂ ਬਾਅਦ ਹਰ 6 ਮਹੀਨੇ ਵਿੱਚ ਪਸ਼ੂ ਨੂੰ ਟੀਕਾ ਲਗਵਾਉਣਾ ਪੈਂਦਾ ਹੈ। ਇੱਕ ਡੋਜ਼ 2 ml ਦਾ ਹੁੰਦਾ ਹੈ, ਜਿਸ ਨੂੰ ਚਮੜੀ ਦੇ ਹੇਠਾਂ ਦਿੱਤਾ ਜਾਂਦਾ ਹੈ। ਨਵਾਂ ਪਸ਼ੂ ਜਦੋਂ ਵੀ ਖਰੀਦੋ ਤਾਂ IBR ਦੇ ਨਾਲ-ਨਾਲ ਉਹ ਟੀਕਾਕਰਨ ਹੋਣਾ ਵੀ ਜ਼ਰੂਰੀ ਹੈ। ਤੇ ਇੱਕ ਗੱਲ ਧਿਆਨ ਵਿੱਚ ਰੱਖਣਾ, ਕਦੇ ਨਵਾਂ ਪਸ਼ੂ ਖਰੀਦੋ ਤਾਂ ਉਸ ਨੂੰ ਘੱਟੋ-ਘੱਟ 15 ਤੋਂ 20 ਦਿਨ ਬਾਕੀ ਦੇ ਪਸ਼ੂਆਂ ਤੋਂ ਅਲੱਗ ਰੱਖਣਾ ਚਾਹੀਦਾ ਹੈ। ਜੇ ਤੁਸੀਂ ਪਿੰਡ ਦੇ ਸਾਨ ਤੋਂ ਪ੍ਰਜਨਨ ਕਰਵਾਉਂਦੇ ਹੋ ਤਾਂ ਉਹ ਸਾਨ IBR ਮੁਕਤ ਹੋਣਾ ਚਾਹੀਦਾ ਹੈ। ਕੁਦਰਤੀ ਗਰਭਦਾਨ ਦੀ ਜਗ੍ਹਾ ਮਸਨੂਈ ਗਰਭਦਾਨ ਕਰਵਾਉਣਾ ਹਮੇਸ਼ਾ ਬਿਹਤਰ ਹੁੰਦਾ ਹੈ। ਮਸਨੂਈ ਗਰਭਦਾਨ ਦੇ ਲਈ ਜਿਹੜਾ ਸੀਮਨ ਆਉਂਦਾ ਹੈ, ਉਹ ਸੀਮਨ ਸਟੇਸ਼ਨ ਤੋਂ IBR ਮੁਕਤ ਹੀ ਆਉਂਦਾ ਹੈ। ਡਾਕਟਰ ਸਾਹਿਬ, ਮੰਨ ਲਓ ਕਿ ਇਹ ਰੋਗ ਪਸ਼ੂ ਨੂੰ ਲੱਗ ਹੀ ਜਾਵੇ ਤਾਂ ਕੀ ਕਰੀਏ? ਪਹਿਲਾਂ ਤਾਂ ਤੁਰੰਤ ਪਸ਼ੂਆਂ ਦੇ ਡਾਕਟਰ ਦੀ ਸਲਾਹ ਲਵੋ। ਰੋਗੀ ਪਸ਼ੂ ਨੂੰ ਹੋਰ ਪਸ਼ੂਆਂ ਤੋਂ ਅਲੱਗ ਰੱਖ ਕੇ ਇਲਾਜ ਸ਼ੁਰੂ ਕਰੋ। ਬਿਮਾਰੀ ਲੱਗ ਜਾਣ ਤੋਂ ਬਾਅਦ ਵੀ IBR ਦਾ ਟੀਕਾਕਰਨ ਕਰਨ ਨਾਲ ਤੇ ਦਵਾਈ ਦੇਣ ਨਾਲ ਪਸ਼ੂ ਨੂੰ ਥੋੜਾ ਆਰਾਮ ਮਿਲ ਸਕਦਾ ਹੈ। ਜੇ ਰੋਗੀ ਪਸ਼ੂ ਦਾ ਗਰਭਪਾਤ ਹੁੰਦਾ ਹੈ ਤਾਂ ਭਰੂਣ ਬੱਚੇ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਝੁੰਡ ਤੋਂ ਦੂਰ ਦੱਬ ਦਿਓ। ਟੋਆ ਘੱਟੋ-ਘੱਟ 4 ਫੁੱਟ ਡੂੰਘਾ ਹੋਣਾ ਚਾਹੀਦਾ ਹੈ। ਫਿਰ ਉਸ ਉੱਪਰ ਬਲੀਚਿੰਗ ਪਾਊਡਰ ਜਾਂ ਚੂਨਾ ਪਾ ਕੇ ਮਿੱਟੀ ਭਰ ਦਿਓ। ਮਿੱਟੀ ਦੇ ਉੱਪਰ ਕੰਡਿਆਂ ਵਾਲੀ ਝਾੜੀ ਪਾ ਦਿਓ ਤਾਂ ਕਿ ਜੰਗਲੀ ਪਸ਼ੂ ਉਹਨੂੰ ਕੱਢ ਨਾ ਸਕਣ। ਜਿੱਥੇ ਗਰਭਪਾਤ ਹੋਇਆ ਹੈ ਉਸ ਜਗ੍ਹਾ ਤੇ 1% ਸੋਡੀਅਮ ਹਾਈਪੋਕਲੋਰਾਈਡ ਤਰਲ ਪਾ ਕੇ ਸਾਫ਼ ਕਰੋ। ਲਾਸ਼ ਦੱਬ ਦੇਣ ਨਾਲ ਇਹ ਬਿਮਾਰੀ ਬਾਕੀ ਦੇ ਪਸ਼ੂਆਂ ਵਿੱਚ ਆਸਾਨੀ ਨਾਲ ਫੈਲ ਨਹੀਂ ਸਕਦੀ। ਜਦੋਂ IBR ਦੀ ਬਿਮਾਰੀ ਪਸ਼ੂ ਵਿੱਚ ਫੈਲ ਜਾਂਦੀ ਹੈ ਤਾਂ ਕਿਸਾਨ ਨੂੰ ਬਹੁਤ ਨੁਕਸਾਨ ਹੁੰਦਾ ਹੈ। ਦੁੱਧ ਦਾ ਉਤਪਾਦਨ ਘੱਟ ਹੋ ਜਾਂਦਾ ਹੈ ਤੇ ਆਮਦਨ ਵੀ ਘੱਟ ਹੋ ਜਾਂਦੀ ਹੈ ਤੇ ਨਾਲ ਹੀ ਪਸ਼ੂ ਦੇ ਇਲਾਜ ਦੇ ਖਰਚੇ ਵੀ ਵੱਧ ਜਾਂਦੇ ਹਨ। ਜਦੋਂ ਤੁਸੀਂ ਕੋਈ ਨਵਾਂ ਪਸ਼ੂ ਖਰੀਦਦੇ ਹੋ ਜਾਂ ਤੁਹਾਡੇ ਇੱਥੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਦੋਂ ਤੁਸੀਂ ਟੀਕਾ ਲਗਾ ਕੇ ਉਸ ਦਾ ਸਵਾਗਤ ਕਰਦੇ ਹੋ ਨਾ, ਤਾਂ ਉਹਦੇ ਨਾਲ-ਨਾਲ ਇਹ IBR ਦਾ ਟੀਕਾ ਲਗਵਾਉਣਾ ਵੀ ਭੁੱਲਣਾ ਨਹੀਂ। ਯਾਦ ਰਹੇ, IBR ਬਿਮਾਰੀ ਤੋਂ ਪਸ਼ੂ ਨੂੰ ਬਚਾਉਣਾ ਹੈ ਤਾਂ ਟੀਕਾਕਰਨ ਹੀ ਇੱਕੋ ਇੱਕ ਉਪਾਅ ਹੈ। ਡਾਕਟਰ ਸਾਹਿਬ, ਤੁਸੀਂ ਸਾਡੀਆਂ ਅੱਖਾਂ ਖੋਲ ਦਿੱਤੀਆਂ। ਅਸੀਂ ਸਾਰੇ ਆਪਣੇ ਬੱਚਿਆਂ ਦਾ ਸਮੇਂ-ਸਮੇਂ ਸਿਰ ਟੀਕਾਕਰਨ ਕਰਾਵਾਂਗੇ ਤੇ ਖਾਸ ਕਰਕੇ IBR ਦਾ ਟੀਕਾ। ਤੇ ਹਾਂ, ਕੋਈ ਨਵਾਂ ਪਸ਼ੂ ਖਰੀਦਾਂਗੇ ਤਾਂ ਉਹ ਪਹਿਲਾਂ ਬਿਮਾਰ ਹੈ ਕਿ ਨਹੀਂ ਉਸ ਦੀ ਜਾਂਚ ਕਰਾਂਗੇ। ਉਸ ਦਾ ਟੀਕਾ ਵੀ ਕਰਵਾਵਾਂਗੇ। ਟੀਕਾਕਰਨ ਇਸ ਲਈ ਜ਼ਰੂਰੀ ਹੈ ਕਿ ਪਸ਼ੂਆਂ ਨੂੰ ਬਿਮਾਰੀ ਤੋਂ ਬਚਾ ਸਕੀਏ ਤੇ ਦੁੱਧ ਦੇ ਉਤਪਾਦਨ ਵਿੱਚ ਵੀ ਘਾਟ ਨਾ ਆਵੇ। ਦੁੱਧ ਉਤਪਾਦਨ ਵਧੇਗਾ ਤਾਂ ਆਮਦਨੀ ਵੀ ਵਧੇਗੀ ਤੇ ਘਰ ਵਿੱਚ ਸੁੱਖ, ਸ਼ਾਂਤੀ ਤੇ ਖੁਸ਼ਹਾਲੀ ਆਵੇਗੀ। ਧੰਨਵਾਦ ਡਾਕਟਰ ਸਾਹਿਬ। ਨਮਸਤੇ। ਨਮਸਤੇ।